ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਨ ਕ੍ਰਾਂਤੀਕਾਰੀ, ਆਤਮਦਰਸ਼ੀ, ਸਰਵ ਸ਼ਕਤੀਮਾਨ, ਭਗਤੀ ਤੇ ਸ਼ਕਤੀ ਦੇ ਮੁਜੱਸਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਿੰਦੁਸਤਾਨ ਲਈ ਅਬਰੇ ਰਹਿਮਤ ਸਾਬਤ ਹੋਏ। ਦੇਸ਼ ਦੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 10ਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ, ਵਿਚਾਰਕ, ਦਾਰਸ਼ਨਿਕ, ਸੰਤ, ਮਹਾਬਲੀ, ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਸ਼ਤਰ ਦੇਖਣ ਨੂੰ ਨਹੀਂ ਮਿਲੀਆਂ। ਅਲਾ ਯਾਰ ਖਾਂ ਜੋਗੀ ਕਹਿੰਦੇ ਨੇ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀਨ ਹੈ, ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ਤੇ ਕਿਸੇ ਵਿਅਕਤੀ ਨੂੰ ਰੱਖਣਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਪਟਨਾ ਪਾਟਲੀ ਪੁੱਤਰ ਵਿਖੇ ਹੋਇਆ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਿਤਾ ਔਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਆਪ ਨੇ ਜਨਮ ਲਿਆ। ਪਟਨੇ ਦੇ ਵਿੱਚ ਬਾਲ ਅਵਸਥਾ ਦੇ ਵਿੱਚ ਹੀ ਆਪ ਦੇ ਮਹਾਨ ਯੋਧਾ, ਕ੍ਰਾਂਤੀਕਾਰੀ ਤੇ ਸੰਤ ਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ। ਜਿਸ ਦਿਨ ਆਪ ਦਾ ਅਵਤਾਰ ਹੋਇਆ, ਪ੍ਰਕਾਸ਼ ਹੋਇਆ, ਅੰਬਾਲਾ, ਜਿਹਦਾ ਪੁਰਾਣਾ ਨਾਂ ਹੈ ਅੰਬਾ ਵਾਲਾ, ਇੱਥੋਂ ਦਾ ਵਸਨੀਕ ਭੀਖਨ ਸ਼ਾਹ ਅੱਜ ਪੂਰਬ ਦੀ ਤਰਫ ਨਮਾਜ਼ ਪੜ੍ਹਨ ਲੱਗਾ। ਖਲੀਫੇ ਕਹਿਣ ਲੱਗੇ, ਪੀਰ ਸਾਈਂ ਅੱਜ ਕਿਧਰੇ ਭੰਗ ਜ਼ਿਆਦਾ ਤੇ ਨਹੀਂ ਪੀ ਲਈ, ਅੱਜ ਚੜ੍ਹਦੇ ਦੀ ਤਰਫ ਸਜਦਾ ਪਏ ਕਰਦੇ ਹੋ। ਆਖਣ ਲੱਗਾ, ਅੱਜ ਅੱਲਾ ਦਾ ਨੂਰ, ਅੱਜ ਖੁਦਾਈ ਪ੍ਰਕਾਸ਼ ਪੂਰਬ ਦੀ ਤਰਫ ਪ੍ਰਗਟ ਹੋਇਆ, ਦਰਸ਼ਨਾਂ ਲਈ ਚੱਲ ਪਿਆ। ਤੇ ਜਦ ਜਾ ਕੇ ਪਟਨੇ ਦੇ ਵਿੱਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ। ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਦੋ ਮੁੱਠੀਆਂ ਕੀਤੀਆਂ। ਮਤਲਬ ਇਸ ਦਾ ਇਹ ਸੀ ਕਿ ਇਹ ਜੋ ਫਕੀਰ, ਇਹ ਜੋ ਨੂਰ ਆਇਆ ਹੈ, ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਿਮ ਦੇ ਘਰ ਚਾਨਣਾ ਕਰੇਗਾ। ਦੋਵੇਂ ਹੱਥ ਅੱਗੇ ਕੀਤੇ ਤੇ ਦੋਵੇਂ ਹੀ ਮੁੱਠੀਆਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਪੀਰ ਦਾ ਸਿਰ ਝੁਕ ਗਿਆ। ਪੀਰ ਨੂੰ ਸਮਝ ਆਈ, ਇਹ ਮਹਾਬਲੀ ਯੋਧਾ ਹਿੰਦੂ ਤੇ ਮੁਸਲਿਮ ਦਾ ਸਾਂਝਾ ਹੈ। ਉਸ ਸਾਂਝੀਵਾਲਤਾ ਦੇ ਮੁਜੱਸਮੇ ਦੇ ਇਹ ਮਹਾਵਾਕ ਨੇ, ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ, ਮਾਨਕ ਕੀ ਜਾਤ ਸਭੇ ਏਕ ਹੈ ਪਹਿਚਾਨ ਬੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਵਿੱਚ ਗੰਗਾ ਦੇ ਤੱਟ ਤੇ ਬੱਚਿਆਂ ਨਾਲ ਜਦ ਖੇਡਣ ਜਾਂਦੇ ਸਨ ਤਾਂ ਇੱਕ ਅਦੁੱਤੀ ਘਟਨਾ ਘਟੀ। ਇੱਕ ਦਿਨ ਆਪ ਨੇ ਆਪਣੇ ਹੱਥਾਂ ਦੇ ਵਿੱਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ, ਕਿਧਰੇ ਇੱਕ ਗੁਆਚ ਗਿਆ। ਮਾਤਾ ਜੀ ਨੇ, ਮਾਮਾ ਕਿਰਪਾਲ ਚੰਦ ਜੀ ਨੇ ਬਾਰ-ਬਾਰ ਪੁੱਛਿਆ, ਲਾਲ ਜੀ ਕੜਾ ਕਿੱਥੇ ਹੈ? ਉਹ ਹੀਰੇ ਤੇ ਮੋਤੀਆਂ ਨਾਲ ਜੜਤ ਜੋ ਕੰਗਣ ਤੁਸੀਂ ਪਹਿਨਿਆ ਹੋਇਆ ਸੀ ਸੋਨੇ ਦਾ, ਕਿੱਥੇ ਹੈ? ਦੂਸਰਾ ਉਤਾਰ ਕੇ ਤੇ ਗੰਗਾ ਦੇ ਸੁੱਟ ਕੇ ਆਖਿਆ, ਉੱਥੇ ਹੈ, ਉੱਥੇ ਸੁੱਟਿਆ। ਕੋਈ ਪਕੜ ਨਹੀਂ ਕੰਚਨ ਨਾਲ, ਕੋਈ ਪਕੜ ਨਹੀਂ ਸਾਜ਼ੋ ਸਮਾਨ ਨਾਲ। ਬਚਪਨ ਦੇ ਵਿੱਚ ਆਪ ਦੀਆਂ ਵੈਰਾਗੀ ਤੇ ਤਿਆਗੀ ਬਿਰਤੀਆਂ ਇੰਜ ਉਜਾਗਰ ਹੋਈਆਂ। ਦੁਖਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਦੇ ਪਟਨਾ ਦੇ ਤੱਟ ਤੇ ਤਲਵਾਰ ਸੁੱਟੀ ਸੀ, ਉਸੇ ਹੀ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਚੁੱਕੀ। ਸਾਡਾ ਇਹ ਦੇਸ਼ 2000 ਸਾਲ ਤੱਕ ਗੁਲਾਮੀ ਦੀ ਲਪੇਟ ਵਿੱਚ ਰਿਹਾ ਹੈ। ਇੱਥੇ ਅਫਗਾਨੀ ਆਏ, ਈਰਾਨੀ ਆਏ, ਡੱਚ ਆਏ, ਪੁਰਤਗਾਲ ਆਏ, ਮੰਗੋਲ ਆਏ, ਅਰਬੀਅਨ ਆਏ, ਫਿਰ ਫ੍ਰੈਂਚ ਆਏ, ਅੰਗਰੇਜ਼ ਆਏ। ਸਭ ਨੇ ਇਸ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ। ਕਾਰਨ ਕਿ ਮਨੁੱਖ ਕਿਸੇ ਹੱਦ ਤੱਕ ਇਤਨਾ ਬੁਜ਼ਦਿਲ ਹੋ ਗਿਆ ਸੀ। ਅਹਿੰਸਾ ਪਰਮੋ ਧਰਮ ਹੈ, ਇਸ ਵਿਚਾਰਧਾਰਾ ਨੇ ਇਤਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗੁਲਾਮੀ ਦੀ ਲਪੇਟ ਦੇ ਵਿੱਚ ਇਹ ਦੇਸ਼ ਜਕੜਿਆ ਗਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਅਹਿੰਸਾ ਵੀ
ਸੂਰਬੀਰ ਨੂੰ ਹੀ ਸ਼ੋਭਾ ਦਿੰਦੀ ਹੈ, ਕਾਇਰ ਨੂੰ ਨਹੀਂ, ਬੁਜ਼ਦਿਲ ਨੂੰ ਨਹੀਂ। ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਜ਼ਰੂਰ ਹੈ, ਸੰਪੂਰਨ ਧਰਮ ਨਹੀਂ ਹੈ, ਮੁਕੰਮਲ ਧਰਮ ਨਹੀਂ ਹੈ। ਇਸ ਵਾਸਤੇ ਸਾਡੇ ਦੇਸ਼ ਦੇ ਪੁਰਾਣੇ ਯੋਧੇ ਅਵਤਾਰੀ ਪੁਰਸ਼ ਵੀ ਸ਼ਸਤਰਧਾਰੀ ਸਨ। ਜੈਸੇ ਸ਼੍ਰੀ ਰਾਮ ਧਨੁਸ਼ ਬਾਣ ਧਾਰਨ ਕਰਦੇ ਨੇ, ਸ਼੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ ਧਾਰਨ ਕਰਦੇ ਨੇ, ਅਰਜਨ ਦੇ ਹੱਥ ਵਿੱਚ ਧਨੁਸ਼ ਬਾਣ ਹੈ, ਪਰਸ਼ੁਰਾਮ ਦੇ ਕੋਲ ਬਰਛਾ ਹੈ, शिव जी ਦੇ ਪਾਸ त्रिशूल है और गधा है, हनुमान कोल गरज के। इस तरह के जितने अवतारी पुरुष ने कोई ना कोई शस्त्र अपने कोल रखते ने, और इस गल का प्रतीक है कि हिफाजत बाहरों भी करनी है, हिफाजत अंदरों भी करनी है। अंदर दे वैरी कोई होर ने, बाहर दे वैरी कोई होर ने, ते संघर्ष दोहां नाल करना पेगा। अपनी आत्मा नूं भी बचाना है, अपने शरीर नूं भी बचाना है, अपने मन नूं भी बचाना है, पर अपनी धन संपदा नूं भी बचाना है, अपने देश नूं भी बचाना है, अपने देश की संस्कृति नूं भी बचाना है। देश प्यार दी लहर गुरु गोबिंद सिंह जी महाराज ने इस ढंग नाल भारत वासियां दे अंदर फूकी और आख्या, देश की आज़ादी लई और देश की संस्कृति नूं कायम रखण लई योधे चाहिए ने, महाबली चाहिए ने, जो सिर नूं हथेली ते रखन। हकीकत है, सच्चाई है। आनंदपुर साहब दे विसाखी वाले दिन आपने सिरां दी मंग की थी। जो सिर भेंट करना नहीं जानता वो अपने सिर की हिफाजत भी नहीं कर सकेगा। जो सिर भेंट करना जानते ने वो संस्कृति का सिर, देश का सिर, देश के धर्म का सिर उच्चा रखते हैं। पर जो सिर निछावर करना नहीं जानते वो देश का सिर नीवा करा छड़ते हैं। देश की संस्कृति नूं मलिया मेट करन दे विच ही अगाह होंदे ने। तो गुरु गोबिंद सिंह जी महाराज महाबली इस तरह के सूरमे सन। अज तक दुनिया भर के आलम कहते आए ने कि लड़ाई का कारण जर, जमीन ते जोरू है। पर गुरु गोबिंद सिंह जी महाराज की जीवनी का वरखा पढ़ीए तो आप दियां जंगां दा कारण ना जर है, ना जमीन है, ना जोरू है, और दुनिया का वाहिद ये पहला महापुरुष है जिसने दुनिया के आलमां दी इस गल नूं झटला के रख दिता है कि सिर्फ जर की खातर ही जंग नहीं आउंदे, सिर्फ जोरी की खातर ही जंग नहीं आउंदे, और सिर्फ जमीन की खातर ही लड़ाई नहीं आउंदी, बल्कि मजलूमां दी रखिया रही, दीना दी रखिया रही, देश की रखिया रही, संस्कृति की रखिया रही भी तलवार चुकनी पैंदी है। वैर विरोधी हिरदे नाल लड़ना होर गल है, निर्वैर जज्बे नाल लड़ना होर गल है। गुरु गोबिंद सिंह जी महाराज ने भावें हथ दे तलवार चुक लई है, पर अंदर हिरदा निर्वैर है। और निर्वैर होने का एक बहुत बड़ा सबूत मैदान जंग विच सिंह सूरमे जिन्होंने मार मार के गिरा देंदे ने, भाई कन्हैया उन्होंने ही जल पिला के खड़ा करता है, पकड़ के मुश्कां बन के भाई कन्हैये दियां गुरु गोबिंद सिंह जी महाराज दे हजूर पेश किए गए। आख्या गया, महाराज ये साडे विच गद्दार है, असी जिन्हां वैरियां नूं मार के गिरांदे हां ये उन्होंने ही पानी पिला के फिर सुरजीत कर देंदा है। गुरु गोबिंद सिंह जी महाराज ने भाई कन्हैये तो पूछया, क्यों भाई कन्हैया ये तेरे ते की इल्जाम लांदे ने, तू वैरियां नूं पानी पिलांदा है? महाराज मैं ते किसी वैरी नूं पानी नहीं पिलाया, मैं ते आप नूं जल छकाना, मैं ते जिस मुंह नूं देखदा आप दा ही मुखड़ा प्रतीत होंदा है। गलवकड़ी च ले लिया। गुरु गोबिंद सिंह जी महाराज ने अपने कोलों मरम डब्बी भी दिती, आख्या लै जख्मां ते मरम पट्टी भी कर लिया कर। इस तरह का कोई निर्वैर मनुख ही जगत दे इस तरह के वैरियां नाल पेश आ सकता है। निर्वैर हिरदा साहिब श्री गुरु गोबिंद सिंह जी महाराज का इस तरह है जिवें एक डॉक्टर मरीज का ऑपरेशन करन लग्या नश्तर चलांदा है, छुरा चलांदा है, चाकू चलांदा है, लेकिन वैर भाव करके नहीं। वो छुरा वो नश्तर दे चों मरीज की जिंदगी लभ रहा है,
ਉਹਦੀ ਹਯਾਤ ਲੱਭ ਰਿਹਾ ਹੈ। ਤੋ ਛੁਰਾ ਡਾਕਟਰ ਦੇ ਹੱਥ ਦੇ 'ਚ ਹੈ, ਛੁਰਾ ਕਾਤਲ ਦੇ ਹੱਥ ਦੇ 'ਚ ਵੀ ਹੈ। ਕਾਤਲ ਛੁਰੇ ਦੇ 'ਚ ਦੂਸਰੇ ਦੀ ਮੌਤ ਲੱਭ ਰਿਹਾ ਹੈ, ਔਰ ਡਾਕਟਰ ਛੁਰੇ ਦੇ 'ਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ। ਛੁਰਾ ਚਲਾਇਆ ਡਾਕਟਰ ਨੇ, ਮਰੀਜ਼ ਮਰ ਗਿਆ, ਨਹੀਂ ਬਚਿਆ, तो कत्ल का मुकदमा नहीं दर्ज होगा, क्योंकि उसका इरादा ही नहीं सी। कातिल ने किसी को छुरा मारिया लेकिन अगला नहीं मरिया, तां भी इरादा कत्ल का मुकदमा उस ते चलेगा, क्योंकि उसका इरादा सी मारन का। तो गुरु गोबिंद सिंह जी महाराज का जो इरादा है वो तो एक जर्राह का इरादा है, डॉक्टर का इरादा है फालतू मवाद नूं कढ़ देइए। जैसे बांह दे बहुत मवाद भर जाए या पैर दे, तो डॉक्टर कहता है समुचे जिसम नूं बचाउण दी खातर ये पैर कटना पेगा, ये बांह कटनी पैनी। कई दफा समुचे देश ते देश की संस्कृति नूं बचाउण दी खातर कुछ एक नूं एक पासे करना पैंदा है, तां देश बचदा है, तां देश की संस्कृति बचती है। ये कालम दा कहना है कि गुरु गोबिंद सिंह जी महाराज के अनेकां रूप ने। जद मैं देखदा वो मैदान ने जंग दे च लड़ रहे ने, तो एक सिपाही प्रतीत होंदे ने, योद्धा प्रतीत होंदे ने, पर जद पाउंटा साहब दे च हथ दे च कलम लैके कुछ लिख रहे ने, ते कलम दे चों नगमे निकल रहे ने, कविता निकल रही है, तां आप एक कवि प्रतीत होंदे ने, शायर प्रतीत होंदे ने। जद उन्होंने सोने के सिंघासन ते बैठा देखीदा, चौर हो रही है, नजराने भेंट हो रहे ने, लोकी सजदे दे च ने, तां इंज प्रतीत हो जाए जैसे एक शहनशाह सिंघासन ते बैठा है। पर जद पंजां ही प्यारियां दे अगों हाथ जोड़ के गुरु गोबिंद सिंह जी महाराज खड़े ने ते अमृत दी दात मंगदे ने, उदों भिखारी प्रतीत होंदे ने। अज तक जिन्ने दरवेश होए ने वो बादशाह नहीं होए, और जो बादशाह होए ने वो दरवेश नहीं होए। जद किसी बादशाह नूं दरवेश बनन दा शौक जागया है, उन्हें बादशाहत नूं लत मारी है। भरतरी ने, राजा गोपी चंद ने, ते इस पद्धर दे होर महापुरुषां ने राज सिंघासन नूं लत मार के संतपना कबूल किया, योगी बने, सिद्ध बने, संत बने, दरवेश बने। ते जद कदी किसी दरवेश के अंदर, संत दे अंदर राजा बनन दा शौक पैदा होया, तो उन्हें संतगिरी छड़ दी, उन्हें दरवेशी छड़ दी। दुनिया दे एक वाहिद मुकम्मल इंसान आया, पूर्ण पुरख आया, जिन्हें दरवेशी दी खातर बादशाहत नहीं छड़ी, और जिन्हें बादशाहत की खातर दरवेशी नहीं छड़ी। तदी ते भाई साहब भाई नंद लाल नूं कहना पिया, हक हक अंदेश गुरु गोबिंद सिंह बादशाह दरवेश। गुरु गोबिंद सिंह, गुरु गोबिंद सिंह जी महाराज बादशाह भी ने, दरवेश भी ने। आप दियां अनेकां महान रचनावां ने। दसम ग्रंथ की रचना आपने पौंटा साहब दे च कीती, जिहदे च जाप साहब, अकाल उस्तत, बचित्र नाटक, चंडी दी वार, भगवती दी वार, ज्ञान प्रबोध, कृष्णा अवतार, रामा अवतार, गरज के 24 अवतारां दी कथा, ये महान रचना गुरु गोबिंद सिंह जी महाराज ने, जिन्हां ने जगत की झोली दे च पाई है। साहिब गुरु गोबिंद सिंह जी महाराज एक अद्वितीय शायर ने, कलम दे धनी ने, महान लिखारी ने, और उस आपने साफ ये भी कर दिता है कि बहुत कुछ मैं अनुवाद किया है। दसम कथा भागवत की भाखा करी बनाए, अवर बासना नाहे प्रभ धर्म युद्ध के जाए। मैं पुरातन धर्म ग्रंथां दी भाषा की है, टीका किया है, तर्जमा किया है। क्यों तर्जमा किया है? ताकि जगत नूं पता चल जाए देश का पुराना धार्मिक इतिहास की है, देश का पुराना धार्मिक ढांचा की है, ते असी जगत नूं की दे रहे हैं, असी जगत की झोली दे की पा रहे हैं। साहिब श्री गुरु गोबिंद सिंह जी महाराज दे बारे
भाई संतोख सिंह जी दे ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਦੇ ਚ ਨਾ ਆਉਂਦੀ ਤੇ ਅੱਜ ਦੇਸ਼ ਵਿੱਚ ਕੀ ਹੋਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ होवत कुचीलता कतेबन कुरान की पाप ही परपक जाते धर्म धसक जाते बरन गरक जाते सहत बेदान की देवी देव देहुरे संतोख सिंह दूर होते रीत मिट जाती कथा बेदन पुराण की श्री गुरु गोबिंद सिंह पावन परम सूर मूर्त न होती जो पै करुणा निधान की। ऐसी बख्शिश भरी मूर्ति जे ना आउंदी ਤੇ ਦੇਸ਼ ਦੀ ਇਹ ਹਾਲਤ ਅੱਜ ਨਹੀਂ ਆਉਣੀ ਸੀ। ਭਾਵ ਇਹ ਜੋ ਸੰਸਕ੍ਰਿਤੀ ਬਚੀ ਹੋਈ ਹੈ ਦੇਸ਼ ਦੀ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਦਕਾ, ਉਹਨਾਂ ਦੀ ਰਹਿਮਤ ਦਾ ਸਦਕਾ, ਉਹਨਾਂ ਦੀ ਬਖਸ਼ਿਸ਼ ਦਾ ਸਦਕਾ। ਆਪ ਦਾ ਆਗਮਨ ਭਾਈ ਸਾਹਿਬ ਭਾਈ ਨੰਦ ਲਾਲ ਦੇ ਲਫ਼ਜ਼ਾਂ 'ਚ ਬਹਾਰ ਦਾ ਆਗਮਨ ਹੈ। ਮੌਸਮੇ ਬਹਾਰ ਦਾ ਆਗਮਨ ਬਾਹੋਸ਼ ਬਾਸ਼ ਕੇ ਹੰਗਾਮੇ ਨੌ ਬਹਾਰ ਆਮਦ। ਸਾਡੇ ਦੇਸ਼ ਦੀਆਂ 6 ਰੁੱਤੂਆਂ ਦੇ ਚੋਂ ਬਹਾਰ ਦੀ ਰੁੱਤੂਆਂ ਦਾ ਰਾਜਾ ਹੈ, ਸਿਰਮੌਰ ਮਹਾਨ ਹੈ। ਕਿਉਂ? ਮੌਸਮੇ ਬਹਾਰ ਵਿੱਚ ਗਰਮੀ ਇਤਨੀ ਜਿਤਨੀ ਸਹਿਨ ਹੋ ਸਕੇ ਤੇ ਠੰਡ ਵੀ ਇਤਨੀ ਹੈ ਜਿਤਨੀ ਕਿ ਬਰਦਾਸ਼ਤ ਹੋ ਸਕੇ। ਫੁੱਲ ਖਿੜਦੇ ਨੇ ਮੌਸਮੇ ਬਹਾਰ ਵਿੱਚ, ਬਹੁਤੀ ਗਰਮੀ ਹੋਵੇ ਤੇ ਗਰਮੀ ਨਾਲ ਫੁੱਲ ਝੁਲਸ ਜਾਂਦੇ ਨੇ। ਪਰ ਜੇ ਬਹੁਤੀ ਠੰਡ ਹੋਵੇ, ਕੱਕਰ ਪੈ ਰਿਹਾ ਹੋਵੇ, ਪਾਲਾ ਪੈ ਰਿਹਾ ਹੋਵੇ ਤਾਂ ਫੁੱਲ ਮੁਰਝਾ ਜਾਂਦੇ ਨੇ, ਨਹੀਂ ਪੈਦਾ ਹੁੰਦੇ। ਤੋ ਗੱਲ ਸਪਸ਼ਟ ਹੈ ਕਿ ਬਰਫ਼ ਪੈ ਰਹੀ ਹੈ, ਫੁੱਲ ਨਹੀਂ ਪੈਦਾ ਹੋਣਗੇ। ਲੂ ਚੱਲ ਰਹੀ ਹੈ, ਫੁੱਲ ਝੁਲਸ ਜਾਣਗੇ। ਫੁੱਲਾਂ ਨੂੰ ਖੇੜੇ ਲਈ, ਫੁੱਲਾਂ ਦੀ ਉਤਪਤੀ ਲਈ ਮੌਸਮੇ ਬਹਾਰ ਚਾਹੀਦਾ ਹੈ। ਜੋ ਬਹੁਤ ਗਰਮ ਹੈ ਉਹ ਜ਼ਾਲਮ ਹੋ ਜਾਏਗਾ, ਜੋ ਬਹੁਤ ਠੰਡਾ ਹੈ ਉਹ ਬੁਜ਼ਦਿਲ ਹੋ ਜਾਏਗਾ। ਦੇਸ਼ ਦੇ ਜੋ ਸੰਘਰਸ਼ ਸੀ ਉਹ ਇਸ ਤਰ੍ਹਾਂ ਦਾ ਸੀ ਕਿ ਇੱਕ ਪਾਸੇ ਇੱਕ ਜ਼ਾਲਮ ਸੀ, ਬਹੁਤ ਗਰਮ ਸੀ, ਬਹੁਤ ਗਰਮ ਸੀ, ਦੂਸਰੇ ਪਾਸੇ ਇੱਕ ਬੁਜ਼ਦਿਲ ਸੀ, ਬਹੁਤ ਠੰਡਾ ਸੀ, ਬਹੁਤ ਠੰਡਾ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਖਾਲਸੇ ਨੂੰ ਜਨਮ ਦਿੱਤਾ, ਆਖਿਆ ਤੁਸੀਂ ਬਹਾਰ ਦੀ ਤਰ੍ਹਾਂ ਹੋਣਾ, ਨਾ ਇਤਨਾ ਗਰਮ ਕਿ ਜਣੇ ਖਣੇ ਦੀ ਪੱਗ ਲਾਓ, ਨਾ ਇਤਨੇ ਠੰਡੇ ਕਿ ਜਣਾ ਖਣਾ ਤੁਹਾਡੀ ਪੱਗ ਲਾ ਛੱਡੇ। ਮੌਸਮੇ ਬਹਾਰ ਬਾਹੋਸ਼ ਬਾਸ਼ ਕੇ ਹੰਗਾਮੇ ਨੌ ਬਹਾਰ ਆਮਦ। ਬਹਾਰ ਆਮਦ ਯਾਰ ਆਮਦ ਕਰਾਰ ਆਮਦ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਮੌਸਮੇ ਬਹਾਰ ਦੀ ਆਮਦ ਹੈ। ਆਪ ਨੇ ਦੇਸ਼ ਵਾਸੀਆਂ ਨੂੰ ਨਵੀਂ ਸੇਧ ਦਿੱਤੀ ਔਰ ਆਖਿਆ ਜਦ ਮਜਬੂਰ ਹੋ ਜਾਓ, ਲਾਚਾਰ ਹੋ ਜਾਓ ਤਾਂ ਸ਼ਸਤਰ ਚੁੱਕਣਾ ਵੀ ਧਰਮ ਹੈ। ਚੁੰਕਾਰਜ਼ ਹਮਾ ਹੀਲਤੇ ਦਰਗੁਯਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਜਦ ਵਕਤ ਦੇ ਸਤਾਧਾਰੀਆਂ ਨੇ ਆਪ ਨੂੰ ਇਹ ਆਖਿਆ ਕਿ ਆਪ ਸੰਤ ਹੋ, ਗੁਰੂ ਹੋ, ਫਕੀਰ ਹੋ, ਫਕੀਰ ਦਾ ਸ਼ਸਤਰਧਾਰੀ ਹੋਣਾ ਠੀਕ ਨਹੀਂ, ਤਾਂ ਆਪ ਨੇ ਫਰਮਾਨ ਕੀਤਾ ਬਲਾਚਾਰਗੀ ਦਰਮਿਆਨ ਆਮਦਮ ਬਤਦਬੀਰੋ ਤੀਰੋ ਤੁਫੰਗ ਆਮਦਮ। ਮੈਂ ਲਾਚਾਰ ਹੋ ਕੇ ਸ਼ਸਤਰ ਚੁੱਕਿਆ, ਬੰਦੂਕ ਚੁੱਕੀ, ਮਜਬੂਰ ਹੋਇਆ। ਐ ਸਤਾਧਾਰੀਓ, ਤੁਹਾਡੇ ਤੇ ਗਿਆਨ ਦਾ, ਵਿਚਾਰ ਦਾ, ਸ਼ਾਂਤੀ ਦਾ, ਖਿਮਾ ਦਾ ਅਸਰ ਨਹੀਂ ਪਿਆ, ਮੈਨੂੰ ਮਜਬੂਰਨ ਸ਼ਸਤਰ ਚੁੱਕਣਾ ਪਿਆ। ਤੋ ਇਹ ਵਾਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਮਰ ਵਾਕ ਨੇ। ਚੁੰਕਾਰਜ਼ ਹਮਾ ਹੀਲਤੇ ਦਰਗੁਯਸਤ ਹਲਾਲਸਤ ਬੁਰਦਮ ਬਸ਼ਮਸ਼ੀਰ ਦਸਤ। ਸਾਡੇ ਦੇਸ਼ ਦੇ ਇੱਕ ਪ੍ਰਸਿੱਧ ਕਵੀ ਦਾ ਕਹਿਣਾ ਹੈ, ਐ ਮਾਂ ਜੇ ਤੂੰ ਬੱਚੇ ਨੂੰ ਜਨਮ ਦੇਣਾ ਹੈ ਉਹ ਸੂਰਮਾ ਹੋਵੇ, ਜੇ ਸੂਰਮਾ ਨਹੀਂ ਤਾਂ ਭਗਤ ਹੋਵੇ, ਜੇ ਭਗਤ ਨਹੀਂ ਤਾਂ ਕਮ ਸੇ ਕਮ ਦਾਨੀ ਤਾਂ ਜ਼ਰੂਰ ਹੋਵੇ। ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ। ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਆਦਿ ਕਾਲ ਤੋਂ ਇਹ ਵਿਚਾਰਧਾਰਾ ਬਣੀ ਹੋਈ ਹੈ ਵੀ ਜਿਨ੍ਹਾਂ ਨੇ ਜਗਤ ਨੂੰ ਤਾਮੀਰ ਕੀਤਾ ਹੈ, ਜਗਤ ਨੂੰ ਕੁਝ ਦਿੱਤਾ ਹੈ, ਦਾਨੀਆਂ ਨੇ ਕੁਝ ਦਿੱਤਾ ਹੈ, ਸੂਰਮਿਆਂ ਨੇ ਕੁਝ ਦਿੱਤਾ ਹੈ, ਭਗਤਾਂ ਨੇ ਕੁਝ ਦਿੱਤਾ ਹੈ। ਇਸ ਵਾਸਤੇ ਆਖਿਆ ਗਿਆ, ਐ ਮਾਂ ਅਗਰ ਤੂੰ ਭਗਤ ਨਹੀਂ ਪੈਦਾ ਕਰ ਸਕਦੀ, ਦਾਤਾ ਨਹੀਂ ਪੈਦਾ ਕਰ ਸਕਦੀ, ਸੂਰਮਾ ਨਹੀਂ ਪੈਦਾ ਕਰ ਸਕਦੀ,
तो फिर तेरा बांझ रहना ही बेहतर है। वाह साहिब श्री गुरु गोबिंद सिंह जी महाराज, ऐसा पूर्ण पुरख जो दाता भी है, भगत भी है, सूरमा भी है। सूरमा ऐसा कि ਲੱਖਾਂ ਦੀ ਫੌਜ ਦਾ ਘੇਰਾ ਪਿਆ ਹੋਵੇ, ਹੌਸਲਾ ਪਸਤ ਨਹੀਂ ਹੁੰਦਾ, ਹੌਸਲੇ ਨਾਲ ਆਪ ਲੜਦੇ ਨੇ। ਇੰਨੇ ਮਹਾਨ महाबली, और आपने ही ऐसा कह देता, 1.25 लाख से एक लड़ाऊं तब है गोबिंद सिंह नाम कहाऊं। तो 1.25 लाख नाल लड़न लई दरअसल जिगरा चाहिए, हिम्मत चाहिए, हौसला चाहिए। आप भगत इतने महान ने कि मैदान जंग दे च भी जे अमृत वेला हो गया तो समाधि ला के बैठ गए ने, आसा दीवार नूं सुन रहे ने, मगन हो के प्रभु दे गीत गा रहे ने। इस तरह दे आप भगत ने। दानी दानियां दे ते आप नूं कहा जांदा है सरबंस दानी, जो कुछ भी है दान कर दिता इस देश नूं, जो कुछ भी सी दान कर दिता जगत दे मजलूमां नूं, जगत दे यतीमां नूं, जगत दे दुखियां नूं धन दान कर दिता, अन्न दान कर दिता, भूषण दान कर दिते, महल माड़ियां दान कर दित्तियां, अपने सिंह दान कर दिते, अपने पुत्र दान कर दिते, अपना परिवार दान कर दिता और अपना आप भी निछावर कर दिता। सरबंस दानी, अन्न दे दानी ते धन दे दानी दुनिया दे बहुत सारे मिलणगे, पर सरबंस दानी तां केवल गुरु गोबिंद सिंह जी महाराज ने, जिन्हां ने इस देश दे उत्तों सब कुछ निछावर कर दिता, सब कुछ कुर्बान कर दिता। लाला दौलत राय कहंदे ने कि जद मैं रामायण दी जंग दा अध्ययन करदा ते उत्थे कारण ने 2 इस्त्रियां सीता ते ਸਰੂਪਨਖਾ। ਸਰੂਪਨਖਾ ਦੀ ਨੱਕ ਲਕਸ਼ਮਣ ਨੇ ਕੱਟ ਦਿੱਤੀ। ਬਦਲੇ ਦੀ ਭਾਵਨਾ ਦੇ ਵਿੱਚ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ। ਬਹੁਤ ਵੱਡਾ ਸੰਘਰਸ਼ ਹੋਇਆ। ਧਾਰਮਿਕ ਤੌਰ ਤੇ ਰਾਮ ਤੇ ਰਾਵਣ ਦਾ कोई भेद नहीं है, मतभेद नहीं है। 4 वेदां दा पाठी रावण है, सियाणा है। 4 वेदां दे पाठी श्री राम जी ने। राम रामेश्वरम दे शिव जी दी पूजा करते ने। रावण भी शिव जी दा ही उपासक है, शिव जी दी ही उपासना करता है। तो धार्मिक तौर ते कोई मतभेद नहीं। दूसरी अजीम जंग होई महाभारत दी। लाला दौलत राय कहंदे ने उत्थे भी कारण है एक इस्त्री, और वो इस्त्री है द्रौपदी। द्रौपदी दी रचना तो दुर्योधन लई ये शब्द निकले, ये अंधे दा अंधा है। धरतराष्ट्र उन्हां दा पिता अंधा सी, ये अंधे दा अंधा है। ये कौड़े बचन दुर्योधन नूं ऐसे चुभे, बदले दी भावना पैदा हुई, लिहाजा पांडुआं नूं जूए लई प्रेरिया। तो धर्म पुत्र युधिष्ठिर अज जूआ खेडण लगे ने। हैरानगी, वो जूए दे च धन हारदे ने, फिर वस्त्र हारदे ने, भूषण हारदे ने, महल हार जांदे ने, फिर राज पाठ हार जांदे ने। ते इतना वड्डा जुआरी फिर पत्नी हार जांदा है, फिर वो द्रौपदी नूं हार जांदे ने। फिर ये अगां चल के बहुत वड्डे संघर्ष दा कारण बनी, महाभारत दे युद्ध दा कारण बनी। लाला दौलत राय कहंदे ने सवाने उमरी गुरु गोबिंद सिंह जी महाराज दे च महाबली, जो आप दी लिखत एक बड़ी सुंदर किताब है, ओदे च आप कहंदे ने कि ये जिहड़ियां 2 अजीम महान जंगां पुराने समय साडे देश दे च होईयां, कारण इस्त्री है ते धार्मिक तौर ते कोई मतभेद नहीं है। ते दोवें पासे राजे ने, एक पासे सेना दे मुखी ने द्वारका दे राजा, एक पासे दुर्योधन आप ने इंद्रप्रस्थ दे राजा मुखी सिरमौर। धार्मिक तौर ते कोई मतभेद नहीं। पांडव पढ़े ने द्रोणाचार्य कोल, कौरव भी पढ़े ने द्रोणाचार्य कोल। धर्म एक है, धार्मिक तौर ते कोई मतभेद नहीं। दोवें राजे ने। तो जंग दा कारण है एक इस्त्री, और वो इस्त्री है द्रौपदी। लाला दौलत राय कहने ने जद मैं गुरु गोबिंद सिंह जी महाराज दियां लड़ाइयां दा अध्ययन करदा, उस नाल जंग है जिस नाल धार्मिक तौर ते भी आप दा मतभेद है। उस नाल आप दा संघर्ष है कि एक पासे एक देश दा राजा है, सुल्तान है, और दूजे पासे एक फकीर है जिहदे खजानियां दे कुछ भी नहीं है। फिर ये बहुत वड्डी जंग भी जो अनेका लड़ियां गईयां,
ਜ਼ਰ ਜ਼ਮੀਨ ਜ਼ੋਰੂ ਦੀ ਖਾਤਰ ਨਹੀਂ ਨੇ, ਦੇਸ਼ ਦੀ ਰੱਖਿਆ ਦੀ ਖਾਤਰ, ਦੇਸ਼ ਦੀ ਮਜ਼ਲੂਮਾਂ ਦੀ ਖਾਤਰ, ਦੇਸ਼ ਦੀ ਅਸਮਤ ਦੀ ਖਾਤਰ। ਔਰ ਉਸ ਹਾਲਤ ਦੇ ਵਿੱਚ ਸਤਿਗੁਰ ਨੇ ਤਲਵਾਰ ਉਠਾਈ ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ 'ਚ ਟਕੇ ਟਕੇ ਦੇ 'ਚ ਵਿਕਦੀ ਸੀ। ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ, ਅਨਜ ਬਧੂ ਭਗਨੀ ਸੁਤ ਨਾਰੀ, ਹੇ ਸਠ ਇਹ ਕੰਨਿਆ ਸਮਚਾਰੀ। ਜਦ ਪੇੜਾਂ ਦੀ ਓਟ ਵਿੱਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਹੈ ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ ਹੈ, ਤੋ ਰਾਮ ਕਹਿੰਦੇ ਨਹੀਂ, ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ। ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ। ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ, ਅਨਜ ਬਧੂ ਭਗਨੀ ਸੁਤ ਨਾਰੀ, हे सठ ये कन्या समचारी। ताहे कुदृष्ट बिलोके जोई, ताहे बधे कछ पाप न होई। अनज बधू छोटे बिरा दी इस्त्री, भगनी भैण सुत नारी नू ते चौथी कन्या। इन्हां चारां नू ही कन्या दे समान समझना चाहिए ते जिहड़ा कुदृष्टि नाल वेखे उस नू मैं बद कर दियां, कोई पाप नहीं, कोई पाप नहीं। ये श्री राम दे बोल ते जद देश दी असमत टके टके दे ਗਜ਼ਨੀ ਦੇ ਬਾਜ਼ਾਰਾਂ 'ਚ ਵਿਕਦੀ ਸੀ, ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ ਲਈ। ਸਰਬੰਸ ਦਾਨ ਕਰਕੇ ਦੇਸ਼ ਦੀ ਗੈਰਤ, ਸੰਸਕ੍ਰਿਤੀ, ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਦੇ ਵਿੱਚ ਸ਼੍ਰੀ ਸੱਚਖੰਡ ਦੇ ਵਿੱਚ ਜੋਤੀ ਜੋਤ ਸਮਾ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਨੇ ਰਸਮੀ ਗੱਦੀ ਦਿੱਤੀ, ਤਿਲਕ ਦਿੱਤਾ ਕੇਸਰ ਦਾ, ਪਰਿਕਰਮਾ ਕੀਤੀ, ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ, ਐ ਖਾਲਸਿਓ, ਆਇੰਦਾ ਤੋਂ ਸਰੀਰਕ ਰੂਪ ਦੇ ਵਿੱਚ ਗੁਰੂ ਹੋਵੇਗਾ ਪੰਥ, ਅਧਿਆਤਮਿਕ ਰੂਪ ਦੇ ਵਿੱਚ ਗੁਰੂ ਹੋਵੇਗਾ ਗ੍ਰੰਥ। ਤੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਇਜ ਕਰਕੇ ਜੋਤੀ ਜੋਤ ਸਮਾ ਗਏ ਸ਼੍ਰੀ ਹਜ਼ੂਰ ਸਾਹਿਬ ਦੇ ਸੱਚਖੰਡ ਦੇ।